ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ JGH ਐਜੂਕੇਸ਼ਨ ਪੁਆਇੰਟ ਦੇ ਵਿੱਚ। ਅੱਜ ਆਪਾਂ ਮੁਹੰਮਦ ਗੌਰੀ ਬਾਰੇ ਪੜ੍ਹਾਂਗੇ, ਦੇਖਾਂਗੇ ਇਹਨੇ ਕਦੋਂ ਕਦੋਂ ਭਾਰਤ ਦੇ ਹਮਲੇ ਕੀਤੇ। ਇਸ ਤੋਂ ਪਹਿਲਾਂ ਆਪਾਂ ਮਹਿਮੂਦ ਗਜਨਵੀ ਬਾਰੇ ਪੜ੍ਹਿਆ ਸੀ। ਜਿਨ੍ਹਾਂ ਨੇ ਮੇਰਾ ਉਹ ਲੈਸਨ ਨਹੀਂ ਦੇਖਿਆ ਉਹ ਮੇਰੇ ਚੈਨਲ ਉੱਤੇ ਜਾ ਕੇ ਇਸ ਲੈਸਨ ਨੂੰ ਦੇਖ ਸਕਦੇ ਨੇ। ਚਲੋ ਜੀ ਸ਼ੁਰੂ ਕਰਦੇ ਹਾਂ ਅੱਜ ਆਪਣਾ ਨਵਾਂ ਲੈਸਨ ਮੁਹੰਮਦ ਗੌਰੀ। ਮਹਿਮੂਦ ਗਜਨਵੀ ਦੇ ਹਮਲਿਆਂ ਮਗਰੋਂ 150 ਸਾਲ ਤੱਕ ਭਾਰਤ ਦੀ ਉੱਤਰ ਪੱਛਮੀ ਸੀਮਾ ਸ਼ਾਂਤ ਰਹੀ। ਜਿਹੜਾ ਮਹਿਮੂਦ ਗਜਨਵੀ ਸੀ ਉਹਨੇ ਭਾਰਤ 'ਤੇ 17 ਹਮਲੇ ਕੀਤੇ ਸੀ। ਮੈਂ ਪਹਿਲਾਂ ਪੜ੍ਹਾਇਆ। ਉਹਨੇ ਭਾਰਤ ਦੇ ਵਿੱਚ ਇੰਨੀ ਲੁੱਟਮਾਰ ਕੀਤੀ ਕਿ ਭਾਰਤ ਨੂੰ ਬੜਾ ਭਾਰੀ ਨੁਕਸਾਨ ਹੋਇਆ ਇਹਦਾ, ਜਾਨੀ ਅਤੇ ਮਾਲੀ। ਅਤੇ 150 ਸਾਲ ਤੱਕ ਉਸ ਤੋਂ ਬਾਅਦ ਸ਼ਾਂਤੀ ਰਹੀ। ਉਸ ਤੋਂ ਬਾਅਦ ਮੁਹੰਮਦ ਗੌਰੀ ਨੇ ਭਾਰਤ ਦੇ ਹਮਲੇ ਸ਼ੁਰੂ ਕੀਤੇ। ਮਹਿਮੂਦ ਗਜਨਵੀ ਦਾ ਅੰਤਿਮ ਹਮਲਾ 1027 ਈਸਵੀ ਵਿੱਚ ਹੋਇਆ ਸੀ, ਜਦੋਂ ਕਿ ਮੁਹੰਮਦ ਗੌਰੀ ਦਾ ਪਹਿਲਾ ਹਮਲਾ 1175 ਈਸਵੀ ਵਿੱਚ ਹੋਇਆ। ਨੋਟ ਕਰ ਲਿਓ, ਲਾਸਟ ਹਮਲਾ ਜਿਹੜਾ ਮਹਿਮੂਦ ਗਜਨਵੀ ਦਾ ਸੀਗਾ ਉਹ 1027 ਈਸਵੀ ਵਿੱਚ ਹੋਇਆ ਸੀ, ਅਤੇ ਮੁਹੰਮਦ ਗੌਰੀ ਦਾ ਪਹਿਲਾ ਹਮਲਾ 1175 ਈਸਵੀ ਵਿੱਚ ਹੋਇਆ। ਜਿੱਥੇ ਮਹਿਮੂਦ ਗਜਨਵੀ ਦਾ ਭਾਰਤ ਦੇ ਹਮਲਿਆਂ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਧਨ ਇਕੱਠਾ ਕਰਨਾ ਸੀ, ਉੱਥੇ ਮੁਹੰਮਦ ਗੌਰੀ ਭਾਰਤ ਵਿੱਚ ਮੁਸਲਿਮ ਰਾਜ ਸਥਾਪਿਤ ਕਰਨਾ ਚਾਹੁੰਦਾ ਸੀ। ਦੇਖੋ ਆਪਾਂ ਦੇਖਦੇ ਹਾਂ ਵੀ ਮਹਿਮੂਦ ਗਜਨਵੀ ਅਤੇ ਮੁਹੰਮਦ ਗੌਰੀ ਦੋਵੇਂ ਜਾਣੇ ਮੁਸਲਿਮ ਸੀ, ਪਰ ਜਿਹੜਾ ਮਹਿਮੂਦ ਗਜਨਵੀ ਸੀ ਉਹਦਾ ਮੇਨ ਮਕਸਦ ਭਾਰਤ ਵਿੱਚ ਆ ਕੇ ਵੱਧ ਤੋਂ ਵੱਧ ਧਨ ਇਕੱਠਾ ਕਰਨਾ ਸੀ। ਉਹ ਆਪਣੇ ਆਪ ਨੂੰ ਵੱਧ ਤੋਂ ਵੱਧ ਸ਼ਕਤੀਸ਼ਾਲੀ ਕਰਨਾ ਚਾਹੁੰਦਾ ਸੀ। ਅਫਗਾਨ ਦਾ ਸੀਗਾ, ਅਤੇ ਜਦੋਂ ਕਿ ਜੇ ਦੇਖਿਆ ਜਾਵੇ ਤਾਂ ਮੁਹੰਮਦ ਗੌਰੀ ਭਾਰਤ ਦੇ ਵਿੱਚ ਆਪਣੇ ਸਾਮਰਾਜ ਦੀ ਸਥਾਪਨਾ ਕਰਨਾ ਚਾਹੁੰਦਾ ਸੀ। ਠੀਕ ਹੈ ਜੀ, ਦੇਖਦੇ ਹਾਂ ਅੱਗੇ। ਇਸ ਲਈ ਉਸਨੇ ਦਿੱਲੀ 'ਤੇ ਪ੍ਰਿਥਵੀ ਰਾਜ ਨੂੰ ਹਰਾਉਣ ਤੋਂ ਬਾਅਦ ਕਬਜ਼ਾ ਕਰ ਲਿਆ। 1206 ਈਸਵੀ ਵਿੱਚ ਮੁਹੰਮਦ ਗੌਰੀ ਦੀ ਮੌਤ ਹੋ ਗਈ ਸੀ, ਪਰ ਇਸ ਦੀ ਮੌਤ ਤੋਂ ਪਹਿਲਾਂ ਹੀ ਭਾਰਤ ਵਿੱਚ ਮੁਸਲਿਮ ਰਾਜ ਸਥਾਪਿਤ ਹੋ ਗਿਆ ਸੀ। ਠੀਕ ਹੈ ਜੀ, ਦੇਖਿਆ ਜਾਵੇ ਜੇਕਰ ਮਹਿਮੂਦ ਗਜਨਵੀ ਨੂੰ ਤਾਂ ਉਹਨੇ ਭਾਰਤ ਦੇ ਵਿੱਚ ਆਉਂਦਾ ਸੀ, ਹਮਲੇ ਕਰਦਾ ਸੀ, ਵਾਪਸ ਮੁੜ ਜਾਂਦਾ ਸੀ। ਪਰ ਜੋ ਮੁਹੰਮਦ ਗੌਰੀ ਸੀ ਉਹਨੇ ਦਿੱਲੀ ਦੇ ਉੱਤੇ ਕਬਜ਼ਾ ਕਰ ਲਿਆ, ਪ੍ਰਿਥਵੀ ਰਾਜ ਚੌਹਾਨ ਨੂੰ ਹਰਾਇਆ ਸੀ ਅਤੇ ਮੁਸਲਿਮ ਸਾਮਰਾਜ ਦੀ ਸਥਾਪਨਾ ਕਰਦੀ ਸੀ। ਮੁਹੰਮਦ ਗੌਰੀ ਦੇ ਭਾਰਤ ਦੇ ਹਮਲਿਆਂ ਦੇ ਉਦੇਸ਼ ਕੀ ਸੀ ਜਾਂ ਕਾਰਨ ਕੀ ਸੀ, ਦੇਖਦੇ ਹਾਂ ਆਪਾਂ। ਮੁਹੰਮਦ ਗੌਰੀ ਇੱਕ ਲਾਲਚੀ ਇਨਸਾਨ ਸੀ, ਇਸ ਲਈ ਹੀ ਇਹ ਵੀ ਭਾਰਤ ਵਿੱਚ ਆ ਕੇ ਵੱਧ ਤੋਂ ਵੱਧ ਧਨ ਇਕੱਠਾ ਕਰਨਾ ਚਾਹੁੰਦਾ ਸੀ ਅਤੇ ਆਪਣੇ ਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ। ਭਾਰਤ ਦੇ ਵਿੱਚ ਬਹੁਤ ਪੈਸਾ ਸੀ, ਬਹੁਤ ਧਨ ਸੀ। ਬਾਹਰੋਂ ਇਹ ਸ਼ਾਸਕ ਆਉਂਦੇ ਸੀ, ਲੁੱਟ ਕੇ ਲੈ ਜਾਂਦੇ ਸੀ, ਵੱਧ ਤੋਂ ਵੱਧ ਧਨ ਇਕੱਠਾ ਕਰਦੇ ਸੀ। ਇਸ ਤਰ੍ਹਾਂ ਹੀ ਮਹਿਮੂਦ ਗਜਨਵੀ ਨੇ ਕੀਤਾ ਸੀ, ਇਸ ਤਰ੍ਹਾਂ ਹੀ ਮੁਹੰਮਦ ਗੌਰੀ ਨੇ ਕੀਤਾ। ਗੌਰੀ ਦਾ ਰਾਜ ਪਹਿਲਾਂ ਗਜਨੀ ਵੰਸ਼ ਦੇ ਅਧੀਨ ਸੀ। ਦੇਖੋ ਜਿਹੜਾ ਗਜਨਵੀ ਸੀ, ਮਹਿਮੂਦ ਗਜਨਵੀ ਸੀ, ਉਹ ਗਜਨੀ ਦਾ ਹੀ ਸੀ। ਗਜਨੀ ਕਿੱਥੇ ਆ? ਅਫਗਾਨਿਸਤਾਨ ਦੇ ਵਿੱਚ ਸੀ। ਜਿਹੜਾ ਕਿ ਗੌਰੀ ਦਾ ਰਾਜ ਸੀਗਾ ਪਹਿਲਾਂ ਗਜਨੀ ਵੰਸ਼ ਦੇ ਅਧੀਨ ਸੀ। ਪੰਜਾਬ 'ਤੇ ਅਜੇ ਵੀ ਗਜਨਵੀ ਘਰਾਣੇ ਦਾ ਇੱਕ ਸ਼ਾਸਕ ਖੁਸਰੋ ਸ਼ਾਹ ਰਾਜ ਕਰਦਾ ਸੀ। ਮੁਹੰਮਦ ਗੌਰੀ ਇਸ ਨੂੰ ਹਰਾ ਕੇ ਆਪਣੇ ਰਾਜ ਨੂੰ ਸੁਰੱਖਿਅਤ ਕਰ ਸਕਦਾ ਸੀ ਅਤੇ ਭਾਰਤ ਵਿੱਚ ਆਪਣਾ ਰਾਜ ਕਾਇਮ ਕਰ ਸਕਦਾ ਸੀ। ਇਹ ਮੁਹੰਮਦ ਗੌਰੀ ਨੂੰ ਪਤਾ ਸੀ ਵੀ ਜਿਹੜਾ ਖੁਸਰੋ ਹੈ ਉਹ ਪੰਜਾਬ 'ਤੇ ਗਜਨਵੀ ਸਾਮਰਾਜ ਦਾ ਸ਼ਾਸਕ ਸੀ, ਰਾਜ ਕਰ ਰਿਹਾ ਸੀ। ਹੁਣ ਵੀ ਆਪਣਾ ਰਾਜ ਸਥਾਪਿਤ ਕਰਨ ਵਾਸਤੇ ਉਹਨੂੰ ਹਰਾਉਣਾ ਬਹੁਤ ਜ਼ਰੂਰੀ ਸੀ। ਮੁਹੰਮਦ ਗੌਰੀ ਇੱਕ ਕੱਟੜ ਮੁਸਲਮਾਨ ਸੀ ਅਤੇ ਇਹ ਦੂਰ ਦੂਰ ਤੱਕ ਇਸਲਾਮ ਦਾ ਪ੍ਰਚਾਰ ਕਰਨਾ ਚਾਹੁੰਦਾ ਸੀ। ਭਾਰਤ ਵਿੱਚ
ਰਾਜਨੀਤਿਕ ਏਕਤਾ ਦੀ ਘਾਟ ਸੀ। ਅਜਿਹੇ ਰਾਜਨੀਤਿਕ ਵਾਤਾਵਰਣ ਨੇ ਮੁਹੰਮਦ ਗੌਰੀ ਨੂੰ ਭਾਰਤ 'ਤੇ ਹਮਲਾ ਕਰਨ ਦਾ ਅਨੁਕੂਲ ਅਵਸਰ ਪ੍ਰਦਾਨ ਕੀਤਾ। ਦੇਖੋ, ਇਹ ਤਾਂ ਘਾਟ ਹਮੇਸ਼ਾ ਹੀ ਤੋਂ ਰਹੀ ਹੈ। ਆਪਸ ਵਿੱਚ ਫੁੱਟ ਸੀ ਰਾਜਿਆਂ ਦੇ ਵਿੱਚ, ਕਦੇ ਵੀ ਇੱਕ ਪਲੇਟਫਾਰਮ 'ਤੇ ਇਕੱਠੇ ਹੀ ਨਹੀਂ ਹੁੰਦੇ ਸੀ। ਇਸ ਨੂੰ ਹੀ ਦੇਖ ਕੇ ਬਾਹਰੋਂ ਰਾਜੇ ਸ਼ਾਸਕ ਆਉਂਦੇ ਸੀ ਅਤੇ ਮੁਹੰਮਦ ਗੌਰੀ ਨੇ ਵੀ ਇਸ ਚੀਜ਼ ਨੂੰ ਦੇਖਿਆ ਵੀ ਮਹਿਮੂਦ ਗਜ਼ਨਵੀ ਦੇ ਹਮਲਿਆਂ ਤੋਂ ਬਾਅਦ ਇਹ ਫਿਰ ਵੀ ਇਕੱਠੇ ਨਹੀਂ ਹੋਏ। 17 ਵਾਰ ਹਮਲੇ ਕੀਤੇ ਸੀ, ਹਜੇ ਵੀ ਇਹਨਾਂ ਵਿੱਚ ਏਕਤਾ ਕਾਇਮ ਨਹੀਂ ਸੀ ਹੋਈ। ਇਸ ਨੂੰ ਦੇਖਦੇ ਹੋਏ ਮੁਹੰਮਦ ਗੌਰੀ ਨੇ ਦੇਖਿਆ ਵੀ ਹੁਣ ਵੀ ਭਾਰਤ ਵਿੱਚ ਏਕਤਾ ਦੀ ਘਾਟ ਹੈ, ਰਾਜਨੀਤਿਕ ਏਕਤਾ ਦੀ ਘਾਟ ਹੈ। ਆਪਸ ਵਿੱਚ ਇਹ ਲੜ ਰਹੇ ਨੇ, ਇਹ ਮੌਕਾ ਹੈ ਭਾਰਤ ਨੇ ਹਮਲਾ ਕਰਨ ਦਾ। ਹੁਣ ਤਾਂ ਉਸਨੇ ਹਮਲਾ ਕੀਤਾ। ਹੁਣ ਦੇਖਦੇ ਜੀ ਆਪਾਂ ਹਮਲੇ ਕਿਹੜੇ ਕਿਹੜੇ ਕੀਤੇ। ਪਹਿਲਾ ਹਮਲਾ ਦੇਖਦੇ ਹਾਂ ਆਪਾਂ, ਮੁਲਤਾਨ ਅਤੇ ਉੱਚ ਦੀ ਜਿੱਤ। ਇਹ ਕਦੋਂ ਸ਼ੁਰੂ ਹੋਇਆ? 1175 ਈਸਵੀ ਤੋਂ 76 ਦੇ ਵਿੱਚ ਮੁਲਤਾਨ ਅਤੇ ਉੱਚ ਦੀ ਜਿੱਤ ਕੀਤੀ ਉਹਨੇ। ਮੁਹੰਮਦ ਗੌਰੀ ਨੇ ਭਾਰਤ ਉੱਤੇ ਪਹਿਲਾ ਹਮਲਾ 1175 ਈਸਵੀ ਵਿੱਚ ਕੀਤਾ। ਉਸਨੇ ਮੁਲਤਾਨ ਦੇ ਕਰਮਾਥੀ ਨੂੰ ਹਰਾਇਆ ਅਤੇ ਮੁਲਤਾਨ 'ਤੇ ਆਪਣਾ ਅਧਿਕਾਰ ਕਰ ਲਿਆ। ਮੁਲਤਾਨ ਦੀ ਜਿੱਤ ਮਗਰੋਂ ਉਸਨੇ 1176 ਈਸਵੀ ਵਿੱਚ ਉੱਚ ਵੱਲ ਕੂਚ ਕੀਤਾ ਅਤੇ ਆਪਣੀ ਚਲਾਕੀ ਅਤੇ ਰਾਜਨੀਤਿਕ ਚਾਲ ਨਾਲ ਇਸ ਕਿਲੇ 'ਤੇ ਕਬਜ਼ਾ ਕਰ ਲਿਆ। ਠੀਕ ਹੈ, ਇਹ ਥੋੜ੍ਹੇ ਜਿਹੇ ਰੋਸ਼ਨ ਦਿਮਾਗ ਸੀਗੇ, ਵਧੀਆ ਸੀ, ਸੈਨਿਕ ਸ਼ਕਤੀ ਜ਼ਿਆਦਾ ਸੀ, ਚਤੁਰਾਈ ਨਾਲ ਕੰਮ ਲੈਂਦੇ ਸੀ। ਇਸ ਲਈ ਇਹਨੇ ਪਹਿਲਾ ਹਮਲਾ ਮੁਲਤਾਨ 'ਤੇ ਕੀਤਾ, ਮੁਲਤਾਨ ਅਤੇ ਉੱਚ ਦੇ ਉੱਪਰ, ਅਤੇ ਆਪਣੀ ਚਲਾਕੀ ਦੇ ਨਾਲ, ਰਾਜਨੀਤਿਕ ਚਾਲ ਦੇ ਨਾਲ ਇਹਨਾਂ ਨੇ ਕਿਲੇ ਦੇ ਉੱਪਰ ਉੱਚ ਦੇ ਹਮਲਾ ਕਰਕੇ ਕਿਲੇ ਉੱਤੇ ਕਬਜ਼ਾ ਵੀ ਕਰ ਲਿਆ ਅਤੇ ਮੁਲਤਾਨ ਨੂੰ ਆਪਣੇ ਅਧਿਕਾਰ ਦੇ ਵਿੱਚ ਲੈ ਲਿਆ। ਦੇਖਦੇ ਹਾਂ ਦੂਜਾ, ਅਹਿਲਵਾੜਾ 'ਤੇ ਹਮਲਾ 1178 ਈਸਵੀ ਦੇ ਵਿੱਚ ਕੀਤਾ। ਅਹਿਲਵਾੜਾ, ਗੌਰੀ ਨੇ ਇੱਥੋਂ ਦੇ ਸ਼ਾਸਕ ਭੀਮਦੇਵ ਦੂਜੇ ਨੂੰ ਕਾਇਦਰ ਦੀ ਜਗ੍ਹਾ 'ਤੇ ਯੁੱਧ ਕੀਤਾ, ਉਹਦੇ ਨਾਲ, ਭੀਮਦੇਵ ਦੂਜੇ ਦੇ ਨਾਲ, ਪਰ ਇਸ ਨੂੰ ਕਰਾਰੀ ਹਾਰ ਮਿਲੀ। ਮਤਲਬ ਭੀਮਦੇਵ ਦੂਜੇ ਨੇ ਇਹਨੂੰ ਹਰਾਤਾ। ਇਸ ਤੋਂ ਬਾਅਦ ਗੌਰੀ ਨੇ 20 ਸਾਲਾਂ ਤੱਕ ਗੁਜਰਾਤ 'ਤੇ ਦੁਬਾਰਾ ਹਮਲਾ ਨਹੀਂ ਕੀਤਾ। ਭੀਮਦੇਵ ਦੂਜੇ ਨੇ ਹਰਾਤਾ ਸੀ, ਕਰਾਰੀ ਹਾਰ ਦਿੱਤੀ ਸੀ, ਅਤੇ ਕੀ ਹੋਇਆ, ਗੁਜਰਾਤ 'ਤੇ ਮੁੜ ਕੇ ਨੇ 20 ਸਾਲ ਉੱਧਰ ਦੇਖਿਆ ਵੀ ਨਹੀਂ। ਦੇਖੋ ਤੀਜਾ ਨੰਬਰ, ਪੰਜਾਬ ਦੀ ਜਿੱਤ 1186 ਈਸਵੀ। ਪੰਜਾਬ ਦਾ ਸ਼ਾਸਕ ਉਸ ਸਮੇਂ ਮਲਿਕ ਖੁਸਰੋ ਸੀ। ਮਤਲਬ ਪਹਿਲਾਂ ਸੀਗਾ ਵੀ ਇਹ ਗਜਨੀ ਦਾ ਸ਼ਾਸਕ ਸੀਗਾ, ਉਹਨਾਂ ਦਾ ਵੰਸ਼ਜ ਸੀਗਾ। ਹੁਣ ਵੀ ਪੰਜਾਬ ਦੇ ਉੱਪਰ ਜਿਹੜਾ ਹੈਗਾ ਸੀਗਾ ਇਹ ਰਾਜ ਕਰ ਰਿਹਾ ਸੀਗਾ, ਜੋ ਮਹਿਮੂਦ ਗਜਨਵੀ ਦੇ ਗਵਰਨਰ ਦੇ ਰੂਪ ਵਿੱਚ ਸ਼ਾਸਨ ਕਰ ਰਿਹਾ ਸੀ। 1179 ਈਸਵੀ ਵਿੱਚ ਗੌਰੀ ਨੇ ਲਾਹੌਰ 'ਤੇ ਘੇਰਾ ਪਾ ਲਿਆ ਅਤੇ ਉਸਨੇ ਆਪਣੇ ਅਧੀਨ ਕਰ ਲਿਆ, ਪਰ ਖੁਸਰੋ ਦੀ ਸ਼ਕਤੀ ਜ਼ਿਆਦਾ ਹੋਣ ਕਾਰਨ ਪੂਰਨ ਰੂਪ ਵਿੱਚ ਸਫਲ ਨਾ ਹੋ ਸਕਿਆ। 1186 ਈਸਵੀ ਵਿੱਚ ਇਸਨੇ ਦੁਬਾਰਾ ਲਾਹੌਰ 'ਤੇ ਚੜ੍ਹਾਈ ਕੀਤੀ। ਇਸ ਹਮਲੇ ਵਿੱਚ ਜੰਮੂ ਦੇ ਸ਼ਾਸਕ ਚੱਕਰਦੇਵ ਨੇ ਇਸ ਨੂੰ ਸੈਨਿਕ ਸਹਾਇਤਾ ਦਿੱਤੀ। ਇਹ ਫਿਰ ਵੀ ਖੁਸਰੋ ਨੂੰ ਹਰਾ ਨਾ ਸਕਿਆ, ਪਰ ਇਸਨੇ ਧੋਖੇ ਨਾਲ ਖੁਸਰੋ ਨੂੰ ਕੈਦ ਕਰ ਲਿਆ ਅਤੇ ਪੰਜਾਬ 'ਤੇ ਕਬਜ਼ਾ ਕਰ ਲਿਆ। ਦੇਖੋ, ਮੈਂ ਪਹਿਲਾਂ ਦੱਸਿਆ ਸੀਗਾ ਵੀ ਗਜਨਵੀ ਜਾਂ ਗਜਨੀ ਦਾ ਇਹ ਸ਼ਾਸਕ ਨਿਯੁਕਤ ਕੀਤਾ ਹੋਇਆ ਸੀ ਪੰਜਾਬ ਦੇ ਵਿੱਚ, ਅੱਜ ਵੀ ਇਹ ਰਾਜ ਕਰ ਰਿਹਾ ਸੀਗਾ। ਇਹਨੂੰ ਹਰਾ ਕੇ ਹੀ ਆਪਣੇ ਆਪ ਇਹ ਭਾਰਤ ਦੇ ਵਿੱਚ ਆਪਣਾ ਰਾਜ ਸਥਾਪਿਤ ਕਰ ਸਕਦਾ ਸੀਗਾ। ਸੋ ਇਹਨੇ ਇਹ ਕੰਮ ਕੀਤਾ, ਖੁਸਰੋ ਨੂੰ ਹਰਾਇਆ ਅਤੇ ਅੱਗੇ ਵਧਿਆ ਅਤੇ ਪੰਜਾਬ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਹੁਣ ਦੇਖੋ, ਇੰਪੋਰਟੈਂਟ ਹੈ, ਮੋਸਟਲੀ ਕੁਐਸਚਨਸ ਇਹਦੇ ਅੰਦਰ ਆ ਜਾਂਦੇ ਨੇ। ਤਰਾਇਨ ਦੀ ਪਹਿਲੀ ਲੜਾਈ 1191 ਈਸਵੀ ਵਿੱਚ ਹੋਈ ਸੀ। ਦੇਖੋ, ਮੋਸਟਲੀ ਤਰਾਇਨ ਦੀ ਲੜਾਈ ਤੁਸੀਂ ਸੁਣੀ ਹੋਣੀ ਹੈ ਅਤੇ ਕੁਐਸਚਨਸ ਦੇ ਵਿੱਚ ਵੀ ਆ ਜਾਂਦੀ ਹੈ ਤਰਾਇਨ ਦੀ ਪਹਿਲੀ ਲੜਾਈ ਕਦੋਂ ਹੋਈ ਸੀ। ਤਾਂ ਤਰਾਇਨ ਦੀ ਪਹਿਲੀ ਲੜਾਈ ਜਿਹੜੀ ਹੋਈ ਸੀ ਉਹ 1191 ਈਸਵੀ ਵਿੱਚ ਹੋਈ ਸੀ। ਪੜ੍ਹਦੇ ਹਾਂ ਇਹਦੇ ਬਾਰੇ ਆਪਾਂ। ਭਾਰਤ ਵਿੱਚ ਮੁਸਲਮਾਨਾਂ ਦੀ ਵੱਧਦੀ ਹੋਈ ਸ਼ਕਤੀ ਨੂੰ ਦੇਖ ਕੇ ਰਾਜਪੂਤਾਂ ਨੂੰ ਚਿੰਤਾ ਹੋਣ ਲੱਗੀ। ਉਧਰ
ਗੌਰੀ ਨੇ 1190 ਈਸਵੀ ਵਿੱਚ ਸਰਹੰਦ ਤੇ ਅਧਿਕਾਰ ਕਰ ਲਿਆ। ਇਸ ਲਈ ਦਿੱਲੀ ਅਤੇ ਅਜਮੇਰ ਦਾ ਸ਼ਾਸਕ ਪ੍ਰਿਥਵੀ ਰਾਜ ਚੌਹਾਨ ਹੋਰ ਜ਼ਿਆਦਾ ਚੁਕੰਨਾ ਹੋ ਗਿਆ। ਗੌਰੀ ਇੱਕ ਵਿਸ਼ਾਲ ਸੈਨਾ ਨੂੰ ਲੈ ਕੇ ਦਿੱਲੀ ਵੱਲ ਵਧ ਰਿਹਾ ਸੀ। ਪ੍ਰਿਥਵੀ ਰਾਜ ਚੌਹਾਨ ਵੀ ਵਿਸ਼ਾਲ ਸੈਨਾ ਲੈ ਕੇ ਅੱਗੇ ਵਧਿਆ। 1191 ਈਸਵੀ ਵਿੱਚ ਕੁਰੂਕਸ਼ੇਤਰ ਤੋਂ 22 ਕਿਲੋਮੀਟਰ ਦੂਰ ਤਰਾਇਨ, ਹੁਣ ਦਾ ਨਾਮ ਤਰਵਾੜੀ ਹੈ, ਤਰਾਇਨ ਦੀ ਜਗ੍ਹਾ ਤੇ ਬਹੁਤ ਭਿਅੰਕਰ ਯੁੱਧ ਹੋਇਆ। ਰਾਜਪੂਤਾਂ ਤੇ ਮੁਗਲਾਂ ਵਿਚਕਾਰ, ਮੁਸਲਮਾਨਾਂ ਵਿਚਕਾਰ ਯੁੱਧ ਹੋਇਆ। ਇਸ ਯੁੱਧ ਵਿੱਚ ਰਾਜਪੂਤਾਂ ਨੇ ਆਪਣੀ ਵੀਰਤਾ ਦੇ ਜੌਹਰ ਵਿਖਾਏ ਅਤੇ ਗੌਰੀ ਨੂੰ ਕਰਾਰੀ ਹਾਰ ਦਿੱਤੀ। ਸੋ ਕਹਿਣ ਦਾ ਮਤਲਬ ਕੀ ਹੈ, ਪਹਿਲੀ ਤਾਂ ਇਹ ਸੁਣੋ ਵੀ ਜਿਹੜਾ ਕੁਰੂਕਸ਼ੇਤਰ ਦੇ ਕੋਲ ਆ ਤਰਵਾੜੀ, ਪੁਰਾਣਾ ਨਾਮ ਤਰਾਇਨ ਸੀ, ਠੀਕ ਹੈ। ਅਤੇ 1191 ਦੇ ਵਿੱਚ ਪਹਿਲੀ ਲੜਾਈ ਹੋਈ ਸੀ, ਠੀਕ ਹੈ, ਤਰਾਇਨ ਦੀ, ਇਹ ਨੋਟ ਕਰ ਲਿਓ। ਅਤੇ ਇਹਦੇ ਵਿੱਚ ਕੀ ਹੋਇਆ ਸੀਗਾ, ਮੁਹੰਮਦ ਗੌਰੀ ਦੀ ਹਾਰ ਹੋਈ ਸੀ ਅਤੇ ਪ੍ਰਿਥਵੀ ਰਾਜ ਚੌਹਾਨ ਦੀ ਜਿੱਤ ਹੋਈ ਸੀ। ਇਹਦੇ ਨਾਲ ਕੀ ਹੋਇਆ ਸੀਗਾ, ਪ੍ਰਿਥਵੀ ਰਾਜ ਚੌਹਾਨ ਦਾ ਜਿਹੜਾ ਗੌਰਵ ਸੀਗਾ ਉਹ ਭਾਰਤ ਵਰਸ਼ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਸੀ, ਕਿਉਂਕਿ ਜਿਹੜਾ ਮੁਹੰਮਦ ਗੌਰੀ ਸੀਗਾ ਇਹ ਵੀ ਇੱਕ ਸ਼ਕਤੀਸ਼ਾਲੀ ਸ਼ਾਸਕ ਸੀਗਾ ਅਤੇ ਇਹਨੂੰ ਹਰਾਉਣਾ ਵੀ ਬਹੁਤ ਵੱਡੀ ਜਿੱਤ ਸੀ। ਅੱਗੇ ਦੇਖਦੇ ਹਾਂ ਆਪਾਂ ਤਰਾਇਨ ਦੀ ਦੂਜੀ ਲੜਾਈ 1192 ਈਸਵੀ 'ਚ। ਦੇਖੋ ਤਰਾਇਨ ਦੀ ਪਹਿਲੀ ਲੜਾਈ ਜਿਹੜੀ ਹੋਈ ਸੀਗੀ ਉਹ 1191 'ਚ ਹੋਈ ਸੀ ਅਤੇ ਤਰਾਇਨ ਦੀ ਦੂਜੀ ਲੜਾਈ ਜਿਹੜੀ ਹੋਈ ਸੀ ਉਹ 1192 ਈਸਵੀ ਦੇ ਵਿੱਚ ਹੋਈ ਸੀ। ਗੌਰੀ ਦੀ ਪਹਿਲੀ ਲੜਾਈ ਵਿੱਚ ਹਾਰ ਮਗਰੋਂ ਉਹ ਗਜਨੀ ਵਾਪਸ ਚਲਾ ਗਿਆ। 1192 ਈਸਵੀ ਵਿੱਚ ਦੂਜੀ ਲੜਾਈ ਹੋਈ ਅਤੇ ਪਹਿਲੀ ਲੜਾਈ ਮਗਰੋਂ ਜਦੋਂ ਮੁਹੰਮਦ ਗੌਰੀ ਹਾਰ ਗਿਆ ਤਾਂ ਹਾਰਨ ਤੋਂ ਬਾਅਦ ਇਹ ਗਜਨੀ ਨੂੰ ਵਾਪਸ ਚਲਾ ਗਿਆ ਸੀ। ਪਰ ਇਹਦੇ ਮਾਈਂਡ ਵਿੱਚ ਇਹ ਗੱਲ ਰਹੀ ਵੀ ਮੈਂ ਹਾਰਿਆ, ਮੇਰੀ ਬੇਇੱਜ਼ਤੀ ਹੋਈ ਹੈ, ਅਤੇ ਇਸ ਦਾ ਬਦਲਾ ਲੈਣ ਵਾਸਤੇ ਇਹਨੇ ਦੁਬਾਰਾ 1192 ਵਿੱਚ ਇੱਕ ਵਿਸ਼ਾਲ ਸੈਨਾ ਇਹ ਆਪਣੇ ਨਾਲ ਲੈ ਕੇ ਆਇਆ। ਪ੍ਰਿਥਵੀ ਰਾਜ ਚੌਹਾਨ ਨੂੰ ਵੀ 150 ਰਾਜਪੂਤਾਂ ਦਾ ਸਹਿਯੋਗ ਮਿਲ ਗਿਆ ਸੀ। ਦੁਬਾਰਾ ਤੋਂ ਫਿਰ ਤਰਾਇਨ ਦੀ ਜਗ੍ਹਾ 'ਤੇ ਦੋਵਾਂ ਵਿਚਕਾਰ ਭਾਰੀ ਭਿਅੰਕਰ ਯੁੱਧ ਹੋਇਆ। ਰਾਜਪੂਤ ਇੰਨੀ ਜ਼ਿਆਦਾ ਬਹਾਦਰੀ ਨਾਲ ਲੜੇ ਕਿ ਇੱਕ ਵਾਰ ਤਾਂ ਯੁੱਧ ਵਿੱਚ ਰਾਜਪੂਤਾਂ ਦੀ ਜਿੱਤ ਪੱਕੀ ਲੱਗ ਰਹੀ ਸੀ। ਦੇਖੋ ਮੈਂ ਪ੍ਰੋਪਰਲੀ ਪੜ੍ਹਿਆ, ਇਹ 'ਚ ਦੇਖਿਆ ਵੀ ਇਹਨਾਂ ਨੇ ਜਿਹੜਾ ਮੁਹੰਮਦ ਗੌਰੀ ਸੀ ਇਹਨੇ ਬੜੀ ਰਣਨੀਤੀ ਨਾਲ ਇਹ ਜੰਗ ਕੀਤੀ ਸੀ। ਵੱਖ-ਵੱਖ ਟੁਕੜੀਆਂ ਵਿੱਚ ਇਹ ਵੰਡਿਆ ਹੋਇਆ ਸੀ ਅਤੇ ਇੱਕ ਟੁਕੜੀ ਜਦੋਂ ਲੜਾਈ ਹੋਈ ਤਾਂ ਇਹਨੇ ਕੀ ਕੀਤਾ, ਉੱਥੇ ਇਹਨਾਂ ਨੇ ਕਹਿਤਾ ਵੀ ਲਓ ਜੀ ਅਸੀਂ ਤਾਂ ਹਾਰ ਗਏ, ਭੱਜ ਗਏ। ਉਹ ਤਾਂ ਉਹਦੇ ਨਾਲ ਕੀ ਹੋਇਆ, ਰਾਜਪੂਤ ਜਿਹੜੇ ਹੈਗੇ ਸੀਗੇ ਥੋੜ੍ਹੇ ਖੁਸ਼ ਹੋਏ ਵੀ ਅਸੀਂ ਜਿੱਤ ਗਏ, ਪਰ ਬਾਅਦ ਵਿੱਚ ਦੂਸਰੀ ਟੁਕੜੀ ਜਿਹੜੀ ਹੈਗੀ ਸੀ ਉਹਨਾਂ ਨੇ ਦੁਬਾਰਾ ਤੋਂ ਇਹਦੇ ਉੱਪਰ ਹਮਲਾ ਕਰਤਾ ਸੀ। ਮਤਲਬ ਇਸ ਤਰ੍ਹਾਂ ਕਰਕੇ ਇਹਨਾਂ ਨੇ ਇੱਕ ਰਣਨੀਤੀ ਬਣਾਈ ਯੁੱਧ ਲੜਨ ਦੀ। ਗੌਰੀ ਨੇ ਚਲਾਕੀ ਦਿਖਾਈ, ਚਲਾਕੀ ਦੇ ਕਾਰਨ ਕੀ ਹੋਇਆ, ਰਾਜਪੂਤਾਂ ਨੂੰ ਇਸ ਯੁੱਧ ਦੇ ਵਿੱਚ ਹਾਰ ਮਿਲੀ। ਸੋ ਯਾਦ ਰੱਖਿਓ ਤਰਾਇਨ ਦੀ ਪਹਿਲੀ ਲੜਾਈ ਦੇ ਵਿੱਚ ਰਾਜਪੂਤ ਜਿੱਤ ਗਏ ਸੀਗੇ, ਮੁਹੰਮਦ ਗੌਰੀ ਹਾਰ ਗਿਆ ਸੀ। ਅਤੇ ਦੂਜੀ ਲੜਾਈ ਦੇ ਵਿੱਚ ਜੋ ਕਿ 1192 ਈਸਵੀ ਦੇ ਵਿੱਚ ਹੋਈ ਸੀ, ਇਹਦੇ ਵਿੱਚ ਰਾਜਪੂਤਾਂ ਦੀ ਹਾਰ ਹੋਈ ਸੀ ਅਤੇ ਮੁਹੰਮਦ ਗੌਰੀ ਦੀ ਜਿੱਤ ਹੋ ਗਈ ਸੀ। ਹਾਰਨ ਤੋਂ ਬਾਅਦ ਕੀ ਹੋਇਆ, ਪ੍ਰਿਥਵੀ ਰਾਜ ਚੌਹਾਨ ਨੂੰ ਬੰਦੀ ਬਣਾ ਲਿਆ ਗਿਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਹੱਤਵਪੂਰਨ ਜਿੱਤ ਤੋਂ ਬਾਅਦ ਤੁਰਕ ਸ਼ਾਸਨ ਦੀ ਭਾਰਤ ਦੇ ਵਿੱਚ ਨੀਂਹ ਰੱਖੀ ਗਈ। ਦੇਖੋ ਦਿੱਲੀ ਉੱਪਰ ਕਬਜ਼ਾ ਹੋ ਗਿਆ ਸੀ, ਮੁਹੰਮਦ ਗੌਰੀ ਦੀ ਹਾਰ ਹੋ ਗਈ ਸੀ। ਮੁਹੰਮਦ ਗੌਰੀ ਇੱਕ ਬਹੁਤ ਸ਼ਕਤੀਸ਼ਾਲੀ ਸਮਰਾਟ ਸੀ, ਰਾਜਪੂਤ ਸਮਰਾਟ ਸੀ, ਇਹਨੂੰ ਹਰਾਉਣਾ ਬਹੁਤ ਵੱਡੀ ਗੱਲ ਸੀ। ਮੁਹੰਮਦ ਗੌਰੀ ਨੇ ਇਸ ਨੂੰ ਹਰਾਇਆ ਅਤੇ ਉਹਦਾ ਤੁਰਕ ਸਾਮਰਾਜ ਦੇ ਵਿੱਚ, ਤੁਰਕਾਂ ਦੇ ਵਿੱਚ, ਮੁਗਲਾਂ ਦੇ ਵਿੱਚ ਇਹਦੀ ਵਾਹਵਾ ਹੋ ਗਈ ਸੀ, ਇਹਦਾ ਸਨਮਾਨ ਵੱਧ ਗਿਆ ਸੀ। ਅਤੇ ਇਹਨੇ ਕੀ ਕੀਤਾ, ਇਸ ਜਿੱਤ ਤੋਂ ਬਾਅਦ ਮੁਹੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਕਤਲ ਕਰ ਦਿੱਤਾ ਸੀ ਅਤੇ ਤੁਰਕ ਸ਼ਾਸਨ ਦੀ ਨੀਂਹ ਭਾਰਤ ਦੇ ਵਿੱਚ ਰੱਖੀ ਗਈ। ਦੇਖਦੇ ਹਾਂ ਅੱਗੇ ਜੀ, ਮੇਰਠ, ਬਰਨ ਅਤੇ ਕੋਇਲ ਦੇ ਕਬਜ਼ਾ। ਤਰਾਇਨ ਦੀ ਜਿੱਤ ਮਗਰੋਂ ਗੌਰੀ ਨੇ
ਆਪਣਾ ਜੇਤੂ ਪ੍ਰਦੇਸ਼ ਆਪਣੇ ਯੋਗ ਸੈਨਾਪਤੀ ਕੁਤਬੁਦੀਨ ਐਬਕ ਨੂੰ ਸੌਂਪ ਦਿੱਤਾ ਤੇ ਆਪ ਗਜਨੀ ਵਾਪਸ ਚਲਾ ਗਿਆ। ਉਸਦੇ ਗਜਨੀ ਜਾਂਦਿਆਂ ਹੀ ਰਾਜਪੂਤਾਂ ਨੇ ਗੌਰੀ ਵਿਰੁੱਧ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ, ਪਰ ਐਬਕ ਨੇ ਸਭ ਸਾਜ਼ਿਸ਼ਾਂ ਨੂੰ ਦਬਾ ਦਿੱਤਾ ਤੇ ਮੇਰਠ ਤੇ ਬਰਨ ਅਤੇ ਕੋਇਲ ਤੇ ਕਬਜ਼ਾ ਕਰ ਲਿਆ। ਦੇਖੋ, ਇਹ ਵੀ ਸ਼ਕਤੀਸ਼ਾਲੀ ਸੀ ਕੁਤਬੁਦੀਨ ਐਬਕ। ਠੀਕ ਹੈ, ਇਹਨੇ ਉਹਨਾਂ ਸਾਜ਼ਿਸ਼ਾਂ ਨੂੰ ਦਬਾਤਾ ਤੇ ਇਹਨਾਂ ਦੇ ਉੱਪਰ ਇਲਾਕਿਆਂ ਦੇ ਉੱਪਰ ਕਬਜ਼ਾ ਕਰ ਲਿਆ। ਅੱਗੇ ਦੇਖਦੇ ਹਾਂ ਜੀ ਆਪਾਂ ਕਨੌਜ ਅਤੇ ਬਨਾਰਸ ਦੀ ਜਿੱਤ 1194 ਈਸਵੀ। ਇਸ ਵਾਰ ਫੇਰ ਗੌਰੀ ਨੇ ਆਪਣੇ 50,000 ਸੈਨਿਕਾਂ ਨਾਲ ਭਾਰਤ ਤੇ ਹਮਲਾ ਕੀਤਾ। ਉਸਨੇ ਕਨੌਜ ਦੇ ਸ਼ਾਸਕ ਜੈ ਚੰਦ ਰਾਠੌਰ ਨਾਲ ਟੱਕਰ ਲਈ ਅਤੇ ਗੌਰੀ ਦੀ ਜਿੱਤ ਹੋਈ। ਜਿੱਤ ਤੋਂ ਬਾਅਦ ਉਸਨੇ ਬਨਾਰਸ ਤੇ ਬਹੁਤ ਲੁੱਟਮਾਰ ਕੀਤੀ। ਇਸ ਨੂੰ ਇੰਨਾ ਧਨ ਪ੍ਰਾਪਤ ਹੋਇਆ, ਯਾਦ ਰੱਖਿਓ, ਬਨਾਰਸ ਤੇ ਇਹਨੇ ਲੁੱਟਮਾਰ ਕੀਤੀ ਬਨਾਰਸ ਦੇ ਵਿੱਚ, ਤੇ ਇੰਨਾ ਧਨ ਪ੍ਰਾਪਤ ਹੋਇਆ ਕਿ 1400 ਊਠਾਂ ਤੇ ਲੱਦ ਕੇ ਗਜਨੀ ਲੈ ਗਿਆ। ਦੇਖੋ ਕਿੱਡੀ ਵੱਡੀ ਗੱਲ ਹੈ, ਕਿੰਨਾ ਧਨ ਸੀ ਭਾਰਤ ਦੇ ਵਿੱਚ। ਇਹਨਾਂ ਦਾ ਮੇਨ ਮਕਸਦ ਇਹੀ ਸੀ, ਵੱਧ ਤੋਂ ਵੱਧ ਧਨ ਇਕੱਠਾ ਕਰਨਾ, ਲੁੱਟਾਂ ਕਰਨੀਆਂ। 1400 ਊਂਠ ਬਹੁਤ ਹੁੰਦੇ ਨੇ, 1400 ਊਠਾਂ ਦੇ ਉੱਪਰ ਲੱਦ ਕੇ ਇਹ ਗਜਨੀ ਆਪਣੇ ਨੂੰ ਨਾਲ ਲੈ ਗਿਆ। ਦੇਖੋ ਜੀ ਅੱਗੇ ਅਜਮੇਰ, ਅਹਿਲਵਾੜਾ, ਹਾਂਸੀ ਅਤੇ ਕਲਿੰਜਰ ਤੇ ਕਬਜ਼ਾ। ਕਨੌਜ ਨੂੰ ਜਿੱਤਣ ਤੋਂ ਬਾਅਦ 5 ਸਾਲ ਗੌਰੀ ਨੇ ਕੋਈ ਹਮਲਾ ਨਹੀਂ ਕੀਤਾ, ਪਰ ਐਬਕ ਨੇ ਆਪਣੀਆਂ ਮੁਹਿੰਮਾਂ ਜਾਰੀ ਰੱਖੀਆਂ। ਇਸਨੇ 1195 ਵਿੱਚ ਅਜਮੇਰ, 1197 ਵਿੱਚ ਗੁਜਰਾਤ ਅਤੇ 1202 ਤੇ 3 ਵਿੱਚ ਰਾਜਪੂਤਾਂ ਤੋਂ ਕਲਿੰਜਰ ਦਾ ਕਿਲ੍ਹਾ ਖੋਹ ਲਿਆ ਤੇ ਆਪਣਾ ਅਧਿਕਾਰ ਕਰ ਲਿਆ। ਜਿਹੜਾ ਕਲਿੰਜਰ ਦਾ ਕਿਲ੍ਹਾ ਸੀ ਨਾ, ਇਹ ਜੰਗ ਪੱਖੋਂ ਜਾਂ ਲੜਾਈ ਦੇ ਪੱਖੋਂ ਇਹ ਬਹੁਤ ਵਧੀਆ ਸੀ, ਜੰਗੀ ਕਿਲ੍ਹਾ ਸੀ। ਇਹਦੇ ਉੱਪਰ ਕਬਜ਼ਾ ਕਰ ਲਿਆ। ਬਿਹਾਰ ਦੀ ਜਿੱਤ 1197 ਈਸਵੀ ਵਿੱਚ। ਇੱਧਰ ਐਬਕ ਮੱਧ ਭਾਰਤ ਵਿੱਚ ਆਪਣੀ ਸ਼ਕਤੀ ਵਧਾਉਣ ਵਿੱਚ ਰੁੱਝਿਆ ਹੋਇਆ ਸੀ ਤੇ ਦੂਜੇ ਪਾਸੇ ਇਸਦਾ ਸੈਨਾਪਤੀ ਇਖਤਿਆਰਦੀਨ ਮੁਹੰਮਦ ਬਿਨ ਬਖਤਿਆਰ ਖਿਲਜੀ ਪੂਰਬੀ ਭਾਰਤ ਵਿੱਚ ਆਪਣੀ ਸ਼ਕਤੀ ਵਧਾ ਰਿਹਾ ਸੀ। ਉਸਨੇ 1197 ਈਸਵੀ ਵਿੱਚ ਬਿਹਾਰ ਜਿੱਤ ਲਿਆ। ਇਸਨੇ ਇੱਥੇ ਬਹੁਤ ਲੁੱਟਮਾਰ ਕੀਤੀ। ਇੱਥੇ ਇਸਨੇ ਬਹੁਤ ਸਾਰੇ ਬੁੱਧ ਭਿਕਸ਼ੂਆਂ ਦਾ ਕਤਲ ਕਰ ਦਿੱਤਾ ਤੇ ਉਹਨਾਂ ਦੇ ਅਨੇਕਾਂ ਵਿਹਾਰ ਨਸ਼ਟ ਕਰ ਦਿੱਤੇ। ਠੀਕ ਹੈ, ਅੱਗੇ ਦੇਖੋ ਜੀ ਬੰਗਾਲ ਦੀ ਜਿੱਤ 1204 ਤੋਂ 1205। ਬਖਤਿਆਰ ਖਿਲਜੀ ਨੇ 1204 ਤੋਂ 5 ਵਿੱਚ ਬੰਗਾਲ ਦੀ ਰਾਜਧਾਨੀ ਨਵਦਵੀਪ ਤੇ ਹਮਲਾ ਕੀਤਾ। ਇੱਥੋਂ ਦੇ ਸ਼ਾਸਕ ਲਛਮਣ ਨੇ ਇਸ ਦੀ ਅਧੀਨਤਾ ਨੂੰ ਸਵੀਕਾਰ ਕਰ ਲਿਆ ਅਤੇ ਬੰਗਾਲ ਇਸ ਨੂੰ ਸੌਂਪ ਦਿੱਤਾ। ਅੱਗੇ ਇੰਪੋਰਟੈਂਟ ਹੈ ਲਾਸਟ, ਖੋਖਰਿਆਂ ਦੀ ਬਗਾਵਤ ਇੰਪੋਰਟੈਂਟ ਹੈ। 1205 ਈਸਵੀ ਵਿੱਚ ਖਵਾਰਿਜ਼ਮ ਦੇ ਸ਼ਾਸਕ ਨੇ ਗੌਰੀ ਨੂੰ ਬੁਰੀ ਤਰ੍ਹਾਂ ਹਰਾਇਆ। ਇਹ ਖਬਰ ਫੈਲ ਗਈ ਕਿ ਗੌਰੀ ਦੀ ਯੁੱਧ ਖੇਤਰ ਵਿੱਚ ਮੌਤ ਹੋ ਗਈ ਹੈ। ਇਸ ਖਬਰ ਨੂੰ ਸੁਣ ਕੇ ਜੇਲਮ ਅਤੇ ਚਨਾਬ ਦੇ ਮੱਧਵਰਤੀ ਪ੍ਰਦੇਸ਼ ਵਿੱਚ ਖੋਖਰਿਆਂ ਨੇ ਬਗਾਵਤ ਕਰ ਦਿੱਤੀ, ਪਰ ਗੌਰੀ ਨੇ ਜਲਦੀ ਹੀ ਐਬਕ ਦੇ ਸਹਿਯੋਗ ਨਾਲ ਇਹਨਾਂ ਨੂੰ ਦਬਾ ਦਿੱਤਾ। ਮਤਲਬ ਖਵਾਰਿਜ਼ਮ ਦੇ ਸ਼ਾਸਕ ਨੇ ਕੀ ਗੌਰੀ ਨੂੰ ਯੁੱਧ ਦੇ ਖੇਤਰ ਵਿੱਚ ਹਰਾਇਆ ਤੇ ਉਸ ਸਮੇਂ ਇੱਕ ਖਬਰ ਫੈਲ ਗਈ, ਖਬਰ ਉੱਡ ਗਈ ਸੀਗੀ ਵੀ ਗੌਰੀ ਦੀ ਯੁੱਧ ਖੇਤਰ ਵਿੱਚ ਮੌਤ ਹੋ ਗਈ। ਪਰ ਗੌਰੀ ਨੇ ਜਦੋਂ ਇਹ ਦੇਖਿਆ ਵੀ ਬਗਾਵਤ ਹੋ ਜਾਊਗੀ, ਖੋਖਰਿਆਂ ਨੇ ਬਗਾਵਤ ਵੀ ਕਰ ਦਿੱਤੀ। ਠੀਕ ਹੈ, ਤੇ ਇਸ ਨੂੰ ਜਲਦੀ ਹੀ ਗੌਰੀ ਨੇ ਆਪਣੇ ਸੈਨਾਪਤੀ ਐਬਕ ਦੇ ਨਾਲ ਸਹਿਯੋਗ ਨਾਲ, ਕੁਤਬੁਦੀਨ ਐਬਕ ਦੇ ਸਹਿਯੋਗ ਨਾਲ ਜਲਦੀ ਹੀ ਇਹਨੂੰ ਦਬਾ ਦਿੱਤਾ। ਹੁਣ ਦੇਖਦੇ ਅੱਗੇ ਜੀ ਗੌਰੀ ਦੀ ਮੌਤ। ਮੁਹੰਮਦ ਗੌਰੀ 1206 ਈਸਵੀ ਵਿੱਚ ਗਜਨੀ ਵੱਲ ਜਾ ਰਿਹਾ ਸੀ ਕਿ ਯਮਯਕ
ਨਾਂ ਦੀ ਥਾਂ ਤੇ ਖੋਖਰਿਆਂ ਨੇ ਧੋਖੇ ਨਾਲ 15 ਮਾਰਚ 1206 ਈਸਵੀ ਨੂੰ ਗੌਰੀ ਦਾ ਕਤਲ ਕਰ ਦਿੱਤਾ। ਠੀਕ ਹੈ ਜੀ। ਖੋਖਰਿਆਂ ਨੇ ਧੋਖੇ ਨਾਲ 15 ਮਾਰਚ 1206 ਈਸਵੀ ਨੂੰ ਗੌਰੀ ਦਾ ਯਮਯਕ ਨਾਂ ਦੀ ਥਾਂ ਤੇ ਕਤਲ ਕਰ ਦਿੱਤਾ। ਠੀਕ ਹੈ ਜੀ। ਇਸ ਤਰ੍ਹਾਂ ਆਪਾਂ ਗੌਰੀ ਬਾਰੇ ਪੜ੍ਹਿਆ। ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰਾ ਪੜ੍ਹਾਇਆ ਹੋਇਆ ਸਮਝ ਆਇਆ ਹੋਊਗਾ। ਇਸ ਨੂੰ ਦੇਖੋ, ਸਮਝੋ, ਪੜ੍ਹੋ, ਨੋਟ ਕਰੋ ਅਤੇ ਮੈਨੂੰ ਉਮੀਦ ਹੈ ਤੁਸੀਂ ਸਮਝ ਗਏ ਹੋਵੋਗੇ। ਅਤੇ ਜੇ ਤੁਹਾਨੂੰ ਮੇਰਾ ਪੜ੍ਹਾਇਆ ਹੋਇਆ ਚੰਗਾ ਲੱਗਿਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ, ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਆਪਾਂ ਹੋਰ ਵੀ ਬਹੁਤ ਸਾਰੇ ਲੈਸਨ ਪਾਵਾਂਗੇ, ਬਣਾ ਰਹੇ ਹਾਂ ਹੌਲੀ ਹੌਲੀ, ਚੱਲਦਾ ਰਹੂ ਸਾਰਾ ਪ੍ਰੋਸੈਸ ਇੱਦਾਂ ਹੀ। ਠੀਕ ਹੈ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।